ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਅਫਗਾਨਿਸਤਾਨ ਦੇ ਨਗਰ ਕਾਬਲ ਵੱਲੋਂ ਸੰਗਤ ਕਾਫਲੇ ਦੇ ਰੂਪ ਵਿੱਚ ਆਈ ਤਾਂ ਉਦੋਂ ਦੋ ਚੰਗੀ ਨਸਲ ਦੇ ਘੋੜੇ ਗੁਰੂ ਜੀ ਨੂੰ ਭੇਂਟ ਕਰਨ ਲਈ ਲਿਆਏ। ਇਹਨਾਂ ਘੋੜਿਆਂ ਦਾ ਨਾਮ ਗੁਲਬਾਗ ਅਤੇ ਦਿਲਬਾਗ ਸੀ। ਜਦੋਂ ਇਹ ਕਾਫਲਾ ਲਾਹੌਰ ਨਗਰ ਤੋਂ ਗੁਜ਼ਰ ਰਿਹਾ ਸੀ ਤਾਂ ਇਹਨਾਂ ਘੋੜਿਆਂ ਉੱਤੇ ਲਾਹੌਰ ਦੇ ਪ੍ਰਸ਼ਾਸਕ ਅਨਾਇਤ ਉਲ ਦੀ ਨਜ਼ਰ ਪੈ ਗਈ। ਅਨਾਇਤ ਉਲ ਨੇ ਉਹ ਘੋੜੇ ਖਰੀਦਣ ਦੀ ਇੱਛਾ ਜ਼ਾਹਿਰ ਕੀਤੀ, ਪਰ ਭਾਈ ਕਰੋੜੀ ਮੱਲ ਜੀ ਨੇ ਉਹਨਾਂ ਨੂੰ ਇਹ ਕਹਿ ਕੇ ਸਪਸ਼ਟ ਮਨਾਹੀ ਕਰ ਦਿੱਤੀ ਕਿ ਇਹ ਘੋੜੇ ਅਸੀਂ ਆਪਣੇ ਗੁਰੂ ਜੀ ਨੂੰ ਭੇਂਟ ਕਰਨੇ ਹਨ, ਵੇਚਣੇ ਨਹੀਂ। ਇਸ ਉੱਤੇ ਉਸ ਪ੍ਰਸ਼ਾਸਕ ਅਨਾਇਤ ਉਲ ਨੇ ਉਹ ਘੋੜੇ ਬਲਪੂਰਵਕ ਖੋਹ ਲਏ ਅਤੇ ਸ਼ਾਹੀ ਅਸਤਬਲ ਵਿੱਚ ਬੰਨ੍ਹ ਲਏ। ਜਦੋਂ ਕਾਬਲ ਨਗਰ ਦੀ ਸੰਗਤ ਗੁਰੂ ਜੀ ਦੇ ਸਨਮੁਖ ਮੌਜੂਦ ਹੋਈ ਤਾਂ ਸੰਗਤ ਨੇ ਆਪਣੀ ਪੀੜਾ ਸੁਣਾਈ। ਜਵਾਬ ਵਿੱਚ ਗੁਰੂ ਜੀ ਨੇ ਉਹਨਾਂ ਨੂੰ ਸਾਂਤਵਨਾ ਦਿੱਤੀ ਅਤੇ ਕਿਹਾ ਕਿ ਉਹ ਘੋੜੇ ਅਸੀਂ ਜੁਗਤੀ ਵੱਲੋਂ ਪ੍ਰਾਪਤ ਕਰ ਲਵਾਂਗੇ, ਤੁਸੀਂ ਸਬਰ ਰੱਖੋ। ਉਦੋਂ ਗੁਰੂ ਜੀ ਨੇ ਸੰਗਤ ਨੂੰ ਅਤੇ ਪ੍ਰਮੁੱਖ ਸਿੰਘਾਂ ਨੂੰ ਸੰਬੋਧਿਤ ਕੀਤਾ ਕਿ ਲਾਹੌਰ ਤੋਂ ਘੋੜੇ ਵਾਪਸ ਲਿਆਉਣ ਦੀ ਅਦਭੁਤ ਸੇਵਾ ਕੌਣ ਕਰਨਾ ਚਾਹੇਗਾ। ਉਸ ਵਕਤ ਭਾਈ ਬਿਧੀ ਚੰਦ ਜੀ ਤੁਰੰਤ ਅੱਗੇ ਆਏ ਅਤੇ ਇਹ ਸੇਵਾ ਲੈ ਲਈ। ਗੁਰੂ ਜੀ ਦੀ ਅਸ਼ੀਸ਼ ਪ੍ਰਾਪਤ ਕਰਕੇ ਭਾਈ ਬਿਧੀ ਚੰਦ ਜੀ ਲਾਹੌਰ ਨਗਰ ਪੁੱਜੇ। ਉੱਥੇ ਉਹਨਾਂ ਨੇ ਆਪਣੀ ਵਿਸ਼ੇਸ਼ ਸ਼ਿੰਗਾਰ ਇੱਕ ਘਾਹ ਵੇਚਣ ਵਾਲੇ ਵਿਅਕਤੀ ਵਾਲੀ ਬਣਾ ਲਈ ਅਤੇ ਕੁਝ ਵਧੀਆ ਘਾਹ ਦੀ ਗੱਠ ਬਣਾ ਕੇ ਸ਼ਾਹੀ ਕਿਲੇ ਦੇ ਸਾਹਮਣੇ ਕਾਸੀਆ ਦੀ ਲਾਈਨ ਵਿੱਚ ਬੈਠ ਗਏ। ਅਸਤਬਲ ਦਾ ਦਰੋਗਾ ਜਦੋਂ ਖਾਸ ਖਰੀਦਣ ਦੇ ਵਿਚਾਰ ਵੱਲੋਂ ਭਾਈ ਬਿਧੀ ਚੰਦ ਦੀ ਘਾਹ ਪਰਖਣ ਲੱਗਿਆ ਤਾਂ ਉਸਨੇ ਮੁੱਲ ਪੁੱਛਿਆ ਤਾਂ ਉਸਨੂੰ ਗਿਆਤ ਹੋਇਆ ਕਿ ਬਿਧੀ ਚੰਦ ਦੀ ਘਾਹ ਬੜੀ ਚੰਗੀ ਹੈ ਅਤੇ ਮੁੱਲ ਵੀ ਉਚਿਤ ਹਨ। ਘਾਹ ਖਰੀਦ ਲਈ ਗਈ ਅਤੇ ਕਾਸੀਏ ਵੱਲੋਂ ਕਿਹਾ ਗਿਆ ਕਿ ਉਹ ਘਾਹ ਚੁੱਕ ਕੇ ਅਸਤਬਲ ਵਿੱਚ ਘੋੜਿਆਂ ਨੂੰ ਦੇ ਦੇਵੇ। ਇਹ ਕਰਮ ਕਰਨ ਲਈ ਕਈ ਦਿਨ ਤੱਕ ਇਹੀ ਕੰਮ ਚੱਲਦਾ ਰਿਹਾ। ਇਸ ਵਿੱਚ ਭਾਈ ਬਿਧੀ ਚੰਦ ਜੀ ਨੇ ਉਹਨਾਂ ਦੋ ਘੋੜਿਆਂ ਦੀ ਪਹਿਚਾਣ ਕਰ ਲਈ ਅਤੇ ਉਹਨਾਂ ਦੀ ਸੇਵਾ ਕਰਨ ਲੱਗੇ। ਦਰੋਗਾ ਨੇ ਖੁਸ਼ ਹੋ ਕੇ ਉਹਨਾਂ ਨੂੰ ਘੋੜਿਆਂ ਦੀ ਦੇਖਭਾਲ ਲਈ ਨੌਕਰ ਰੱਖ ਲਿਆ। ਭਾਈ ਬਿਧੀ ਚੰਦ ਜੀ ਨੇ ਨਿਰਧਾਰਿਤ ਲਕਸ਼ ਦੇ ਅਨੁਸਾਰ ਆਪਣੀ ਤਨਖਾਹ ਉੱਥੋਂ ਦੇ ਸੰਤਰੀਆਂ ਉੱਤੇ ਖਰਚਣੀ ਸ਼ੁਰੂ ਕਰ ਦਿੱਤੀ। ਜਦੋਂ ਸਾਰਿਆਂ ਦਾ ਉਹ ਵਿਸ਼ਵਾਸ ਪ੍ਰਾਪਤ ਕਰ ਚੁੱਕੇ ਸਨ ਤਾਂ ਉਹਨਾਂ ਨੇ ਉਹਨਾਂ ਵਿੱਚੋਂ ਇੱਕ ਘੋੜੇ ਉੱਤੇ ਕਾਠੀ ਪਾ ਕੇ ਉਸ ਨੂੰ ਤਿਆਰ ਕਰਕੇ ਕਿਲੇ ਦੀ ਦੀਵਾਰ ਟੱਪ ਕੇ ਰਾਵੀ ਨਦੀ ਦੇ ਪਾਣੀ ਵਿੱਚ ਛਲਾਂਗ ਲਗਾ ਦਿੱਤੀ। ਉਹਨਾਂ ਦਿਨਾਂ ਰਾਵੀ ਨਦੀ ਕਿਲੇ ਦੀ ਦੀਵਾਰ ਨਾਲ ਟਕਰਾ ਕੇ ਵਗਦੀ ਸੀ। ਘੋੜਾ ਪਾਣੀ ਨਾਲ ਸੁਰੱਖਿਅਤ ਬਾਹਰ ਆ ਗਿਆ। ਭਾਈ ਬਿਧੀ ਚੰਦ ਜੀ ਘੋੜਾ ਗੁਰੂ ਜੀ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਲੈ ਕੇ ਪੁੱਜੇ। ਸਾਰੇ ਭਾਈ ਬਿਧੀ ਚੰਦ ਜੀ ਦੀ ਇਸ ਸਫਲਤਾ ਉੱਤੇ ਬੜੇ ਹੀ ਖੁਸ਼ ਹੋਏ, ਪਰ ਘੋੜਾ ਬਿਮਾਰ ਰਹਿਣ ਲੱਗਿਆ। ਇਸ ਉੱਤੇ ਗੁਰੂ ਜੀ ਨੇ ਭਾਈ ਬਿਧੀ ਚੰਦ ਜੀ ਨੂੰ ਕਿਹਾ, ਤੁਹਾਡਾ ਕਾਰਜ ਅਜੇ ਅਧੂਰਾ ਹੈ, ਕਿਉਂਕਿ ਇਹ ਘੋੜਾ ਆਪਣੇ ਸਾਥੀ ਬਿਨਾਂ ਬਿਮਾਰ ਰਹਿਣ ਲੱਗ ਗਿਆ ਹੈ। ਤੁਸੀਂ ਫੇਰ ਕਸ਼ਟ ਕਰੋ ਅਤੇ ਦੂਸਰਾ ਘੋੜਾ ਵੀ ਲੈ ਕੇ ਆਓ। ਭਾਈ ਬਿਧੀ ਚੰਦ ਜੀ ਆਗਿਆ ਦੇ ਅਨੁਸਾਰ ਫੇਰ ਲਾਹੌਰ ਪੁੱਜੇ। ਇਸ ਵਾਰ ਉਹਨਾਂ ਨੇ ਜੋਤਿਸ਼ ਵਿਗਿਆਪਨ ਦੇ ਜਾਣਕਾਰ ਦੇ ਰੂਪ ਵਿੱਚ ਸ਼ਾਹੀ ਕਿਲੇ ਦੇ ਸਾਹਮਣੇ ਆਪਣੀ ਦੁਕਾਨ ਸਜਾ ਲਈ ਅਤੇ ਲੋਕਾਂ ਦਾ ਭਵਿੱਖ ਪੜ੍ਹਨ ਲੱਗ ਗਏ। ਇੱਕ ਦਿਨ ਉਹਨਾਂ ਦੇ ਕੋਲ ਦਰੋਗਾ ਵੀ ਆ ਅੱਪੜਿਆ। ਉਸਨੇ ਆਪਣਾ ਹੱਥ ਵਿਖਾਇਆ। ਬਸ ਫੇਰ ਕੀ ਸੀ। ਭਾਈ ਬਿਧੀ ਚੰਦ ਜੀ ਉਸ ਨੂੰ ਦੱਸਣ ਲੱਗੇ, ਤੁਹਾਡੀ ਕੋਈ ਚੀਜ਼ ਚੋਰੀ ਹੋਈ ਹੈ, ਸ਼ਾਇਦ ਕੋਈ ਘਰੇਲੂ ਪਸ਼ੂ ਹੋ ਸਕਦਾ ਹੈ। ਇਹ ਸੁਣਨਾ ਸੀ ਕਿ ਦਰੋਗੇ ਨੂੰ ਵਿਸ਼ਵਾਸ ਹੋ ਗਿਆ ਤੇ ਉਹ ਕਹਿਣ ਲੱਗਿਆ ਕਿ ਮੈਂ ਤੁਹਾਨੂੰ ਮੂੰਹ ਮੰਗੇ ਪੈਸੇ ਦੇਵਾਂਗਾ, ਤੁਸੀਂ ਮੈਨੂੰ ਇਸ ਬਾਰੇ ਵਿੱਚ
ਜ਼ਿਆਦਾ ਜਾਣਕਾਰੀ ਵਿਸਥਾਰ ਨਾਲ ਉਪਲਬਧ ਕਰਵਾ ਦਿਓ। ਇਸ ਉੱਤੇ ਜੋਤਿਸ਼ ਰੂਪ ਵਿੱਚ ਭਾਈ ਬਿਧੀ ਚੰਦ ਜੀ ਕਹਿਣ ਲੱਗੇ ਕਿ ਜ਼ਿਆਦਾ ਜਾਣਕਾਰੀ ਪ੍ਰਾਪਤ ਕਰਨ ਲਈ ਉਸ ਨੂੰ ਉਹ ਸਥਾਨ ਅਤੇ ਉੱਥੇ ਦਾ ਮਾਹੌਲ ਦਿਖਾਉਣਾ ਪਵੇਗਾ, ਤਾਂ ਹੀ ਉਹ ਠੀਕ ਨਾਲ ਚੋਰ ਦੇ ਵਿਸ਼ੇ ਵਿੱਚ ਜੋਤਿਸ਼ ਦੇ ਅੰਕੜਿਆਂ ਦੀ ਗਿਣਤੀ ਪ੍ਰਾਪਤ ਕਰ ਸਕਣਗੇ। ਦਰੋਗਾ ਤੁਰੰਤ ਉਹਨਾਂ ਨੂੰ ਅਸਤਬਲ ਵਿੱਚ ਲੈ ਗਿਆ। ਜੋਤਿਸ਼ ਰੂਪ ਵਿੱਚ ਬਿਧੀ ਚੰਦ ਜੀ ਨੇ ਸਾਰੇ ਸਥਾਨਾਂ ਨੂੰ ਧਿਆਨ ਨਾਲ ਵੇਖਿਆ ਅਤੇ ਸੁੰਘਿਆ। ਫਿਰ ਕਿਹਾ, ਇੱਥੇ ਉਸ ਦੇ ਨਾਲ ਦਾ ਇੱਕ ਘੋੜਾ ਹੋਰ ਵੀ ਹੈ, ਸ਼ਾਇਦ ਇੱਥੇ ਹੈ। ਉਹਨਾਂ ਨੇ ਦੂਜੇ ਘੋੜੇ ਨੂੰ ਪਹਿਚਾਣ ਕੇ ਦੱਸਿਆ ਅਤੇ ਕਿਹਾ ਕਿ ਤੁਹਾਡੇ ਘੋੜੇ ਦੀ ਚੋਰੀ ਅੱਧੀ ਰਾਤ ਨੂੰ ਹੋਈ ਹੈ। ਤੁਸੀਂ ਪਰਿਸਥਿਤੀਆਂ ਵਿੱਚ ਅਨੁਮਾਨ ਲਗਾਏ ਦੱਸ ਸਕਦੇ ਹੋ। ਇਸ ਪ੍ਰਕਾਰ ਦਰੋਗਾ ਉਸ ਦੀ ਚਾਲ ਵਿੱਚ ਫਸ ਗਿਆ। ਉਹ ਅੱਧੀ ਰਾਤ ਦੀ ਉਡੀਕ ਕਰਨ ਲੱਗੇ। ਅੱਧੀ ਰਾਤ ਦੇ ਸਮੇਂ ਬਿਧੀ ਚੰਦ ਜੀ ਨੇ ਬਹੁਤ ਹੀ ਸਹਿਜ ਅਭਿਨੈ ਕਰਦੇ ਹੋਏ ਕਿਹਾ, ਤੁਸੀਂ ਸਭ ਉਸੇ ਪ੍ਰਕਾਰ ਦਾ ਮਾਹੌਲ ਤਿਆਰ ਕਰੋ, ਮੈਂ ਠੀਕ ਨਾਲ ਅਨੁਭਵ ਲਗਾਉਂਦਾ ਹਾਂ। ਜਦੋਂ ਸਭ ਆਪਣੇ ਆਪਣੇ ਕਮਰਿਆਂ ਦੇ ਵਿੱਚ ਸੌਂ ਗਏ ਤਾਂ ਭਾਈ ਬਿਧੀ ਚੰਦ ਜੀ ਨੇ ਦਰੋਗਾ ਜੀ ਨੂੰ ਕਿਹਾ, ਕਿਰਪਾ ਕਰਕੇ ਇਸ ਘੋੜੇ ਉੱਤੇ ਕਾਠੀ ਲਗਵਾਓ। ਮੈਂ ਇਸ ਉੱਤੇ ਬੈਠ ਕੇ ਅਤੇ ਇਸ ਨੂੰ ਘੁਮਾ ਫਿਰਾ ਕੇ ਅਖੀਰ ਫੈਸਲੇ ਉੱਤੇ ਜਲਦੀ ਹੀ ਪਹੁੰਚ ਜਾਵਾਂਗਾ। ਅਜਿਹਾ ਹੀ ਕੀਤਾ ਗਿਆ। ਉਦੋਂ ਭਾਈ ਬਿਧੀ ਚੰਦ ਜੀ ਨੇ ਘੋੜੇ ਦੀ ਸਵਾਰੀ ਕੀਤੀ ਅਤੇ ਉਸ ਨੂੰ ਖੂਬ ਘੁਮਾਇਆ ਫਿਰਾਇਆ। ਅਕਸਮਾਤ ਉਹ ਦਰੋਗਾ ਨੂੰ ਦੱਸਣ ਲੱਗੇ, ਤੁਹਾਡਾ ਘਸਿਆ ਨੌਕਰ ਘੋੜੇ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਲੈ ਗਿਆ ਹੈ ਅਤੇ ਹੁਣ ਉਹੀ ਘਾਸਿਆ ਦੁਆਰਾ ਜੋਤਿਸ਼ ਦੇ ਰੂਪ ਵਿੱਚ ਇਸ ਨੂੰ ਉੱਥੇ ਹੀ ਲੈ ਕੇ ਜਾ ਰਿਹਾ ਹੈ। ਅਤੇ ਉਹਨਾਂ ਨੇ ਕਿਲੇ ਦੀ ਦੀਵਾਰ ਟੱਪ ਕੇ ਰਾਵੀ ਨਦੀ ਵਿੱਚ ਘੋੜੇ ਸਹਿਤ ਛਲਾਂਗ ਲਗਾ ਦਿੱਤੀ। ਉਹ ਇਸ ਜੁਗਤ ਵਿੱਚ ਦੂਜਾ ਘੋੜਾ ਵੀ ਗੁਰੂ ਚਰਨਾਂ ਜੀ ਦੇ ਵਿੱਚ ਲਿਆਉਣ ਲਈ ਸਫਲ ਹੋ ਗਏ। ਘੋੜਾ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਪਹੁੰਚ ਗਏ, ਪਰ ਬਿਧੀ ਚੰਦ ਜੀ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਤਰਕ ਕੀਤਾ ਕਿ ਸੰਭਵ ਹੈ ਕਿ ਸਾਡੇ ਉੱਤੇ ਮੁਗਲ ਫੌਜ ਹਮਲਾ ਕਰ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।